हेयर हॉस्पिटल जो कि लाडवा रोड शाहबाद में स्थित है। हड्डियों और जोड़ों के मरीजों के लिए ये हॉस्पिटल एक वरदान साबित हो रहा है। डॉक्टर प्रभनूर सिंह जी हड्डियों व जोड़ों के मरीजों के लिए एक वरदान साबित हो रहे हैं और बहुत ही बढ़िया तरीके से अपनी सेवाएं दे रहे हैं। हमारे पंजाब प्लस की टीम ने हेयर हॉस्पिटल का विशेष दौरा किया और डॉक्टर प्रभनूर सिंह जी के साथ विशेष मुलाकात की। पेश है पंजाब प्लस की टीम से एक रिपोर्ट। दर्शकों, हेल्थ प्लस प्रोग्राम 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ हेयर हॉस्पिटल ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਹੈ ਸ਼ਾਹਬਾਦ ਦੇ ਇਲਾਕੇ ਦੇ ਵਿੱਚ। ਔਰ ਡਾਕਟਰ ਪ੍ਰਭਨੂਰ ਜਿਹੜੇ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਨਵੀਆਂ ਟੈਕਨੀਕਾਂ ਸਿੱਖ ਕੇ ਨਵੇਂ ਤੇ ਪੁਰਾਣੇ ਦਾ ਕੰਬੀਨੇਸ਼ਨ ਜਿਹੜਾ ਹੈਗਾ ਇਸ ਏਰੀਆ ਦੇ ਵਿੱਚ ਲੋਕਾਂ ਦੇ ਲਈ ਦੇ ਰਹੇ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। हाँ सत श्रीकाल जी, थैंक यू जी। ਡਾਕਟਰ ਸਾਹਿਬ, ਆਰਥੋ ਜਿਹੜਾ ਕਿ ਇੱਕ ਐਸਾ ਫੀਲਡ ਬਣ ਚੁੱਕਿਆ ਜਦੋਂ ਕਿ ਆਪਾਂ ਪਹਿਲਾਂ ਕੋਈ ਬੰਦਾ ਗੋਡੇ ਗੋਡੇ ਦੁਖਦੇ ਹੁੰਦੇ ਸੀਗੇ ਤਾਂ ਆਪਾਂ ਉਹਨੂੰ ਬੁਢਾਪੇ ਦੀ ਆਪਾਂ ਨੂੰ ਲੱਗਣ ਲੱਗ ਜਾਂਦੀ ਸੀ ਔਰ ਸਾਰਾ ਟੱਬਰ ਉਸ ਟਾਈਮ ਦੇ ਉੱਤੇ ਪਰੇਸ਼ਾਨ ਹੋ ਜਾਂਦਾ ਸੀਗਾ ਵੀ ਸਾਡੇ ਯਾਰ ਬਜ਼ੁਰਗਾਂ ਦੇ ਗੋਡੇ ਦੁਖਦੇ ਆ। ਪਰ ਅੱਜ ਕੱਲ੍ਹ ਅਸੀਂ ਦੇਖਿਆ ਕਿ ਇਹ ਚੀਜ਼ ਹੈ ਜਿਹੜੀ ਉਹ 40 ਸਾਲ 45 ਸਾਲ ਤੋਂ ਸ਼ੁਰੂ ਹੋ ਚੁੱਕੀ ਹੈ ਔਰ ਬਹੁਤ ਤੇਜ਼ੀ ਦੇ ਨਾਲ ਹਰੇਕ ਬੰਦਾ ਜਿਹੜਾ ਹੈਗਾ ਇਸ ਪ੍ਰੋਬਲਮ ਦੇ ਵਿੱਚ ਫਸ ਰਿਹਾ। ਕੀ ਕਾਰਨ ਹੈ? देखो जी, फस्ट ऑफ ऑल एक अजकल लाइफ स्टाइल मॉडिफिकेशनस बहुत ज़्यादा हो गई ने। लोगों का रहन सहन का ढंग चेंज हो चुका है। अजकल जो आप साडा खान पीन बहुत चेंज हो गया है एंड एक्टिविटीज़ भी बहुत डिफरेंट हो गई हैं। ਅੱਜ ਤੋਂ ਤੁਸੀਂ ਕਰੀਏ ਜੇ ਆਪਾਂ 50 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਜਿਹੜੇ ਸਾਡੇ ਬਜ਼ੁਰਗ ਸੀਗੇ ਉਹਨਾਂ ਦਾ ਖਾਣ ਪੀਣ ਬਹੁਤ ਅੱਛਾ ਸੀਗਾ, ਕੋਈ ਅਡਲਟਰੇਸ਼ਨ ਨਹੀਂ ਸੀਗੀ ਫੂਡ ਦੇ ਵਿੱਚ ਤੇ ਇਸ ਕਰਕੇ ਉਹਨਾਂ ਦੇ ਗੋਡੇ ਵੀ ਨਹੀਂ ਖਰਾਬ ਹੁੰਦੇ ਸੀ, ਉਹਨਾਂ ਦੀ ਹੱਡੀਆਂ ਮਜ਼ਬੂਤ ਰਹਿੰਦੀਆਂ ਸੀਗੀਆਂ ਤੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਸੀਗੀ। ਬਟ ਜਿਵੇਂ ਜਿਵੇਂ ਹੁਣ ਟਾਈਮ ਚੇਂਜ ਹੋ ਰਿਹਾ ਹੈ, ਆਪਾਂ ਸਾਰੇ ਪੜ੍ਹਦੇ ਹੀ ਹਾਂ ਕਿੰਨੀ ਫੂਡ ਅਡਲਟਰੇਸ਼ਨ ਹੋ ਰਹੀ ਹੈ ਐਂਡ ਸਾਡਾ ਜਿਵੇਂ ਆਪਾਂ ਧੁੱਪ 'ਚ ਬਾਹਰ ਨਹੀਂ ਜਾਂਦੇ, ਬੱਚੇ ਬਾਹਰ ਖੇਡਦੇ ਨਹੀਂ ਹੈਗੇ, ਉਹਦੇ ਕਰਕੇ ਵਿਟਾਮਿਨ ਡੀ ਘੱਟ ਹੋ ਜਾਂਦਾ ਹੈ ਤੇ ਸਾਡਾ ਜਿਹੜਾ ਈਟਿੰਗ ਹੈਬਿਟਸ ਹੈ ਬਹੁਤ ਚੇਂਜ ਹੋ ਗਈਆਂ। ਇਹ ਸਾਰਾ ਕੁਝ ਇਟਸ ਲਾਈਕ ਅ ਵਿਸ਼ੀਅਸ ਸਰਕਲ, ਸਭ ਕੁਝ ਮਿਲਾ ਕੇ ਇਹਦੇ ਕਰਕੇ ਆਪਣੀ ਹੱਡੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਨੇ ਜਿਹਦੇ ਕਰਕੇ ਵੱਖ-ਵੱਖ ਤਰ੍ਹਾਂ ਦੀ ਪ੍ਰੋਬਲਮਸ ਆ ਜਾਂਦੀਆਂ ਨੇ। ਡਾਕਟਰ ਹੇਰ, ਆਪਾਂ ਗੱਲ ਕਰੀਏ ਤੁਸੀਂ ਆਪਣੀ ਜ਼ਿੰਦਗੀ ਦੇ ਚਕਾਚੌਂਧ ਜਿਹੜੇ ਪਲ ਛੱਡ ਕੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਕਿਵੇਂ ਪ੍ਰੈਫਰ ਕੀਤਾ ਕਿ ਅਸੀਂ ਸ਼ਾਹਬਾਦ ਵਰਗੇ ਇੱਕ ਕਸਬੇ ਦੇ ਵਿੱਚ ਵੀ ਕੀ ਉਹ ਆਪਣੇ ਫਾਦਰ ਹੋਰਾਂ ਦੀ ਜਿਹੜੀ ਸੇਵਾ ਸੀਗੀ ਉਹਨੂੰ ਦੇਖਦੇ ਹੋਏ ਕਿ ਮੈਂ ਆਪਣੇ ਜਿਹੜਾ ਹੈਗਾ ਇਸ ਇਲਾਕੇ ਦੀ ਸੇਵਾ ਕਰਨੀ ਆ, ਕੀ ਮਾਟੋ ਲੈ ਕੇ ਤੁਸੀਂ ਆਏ? ਕਿਉਂਕਿ ਤੁਸੀਂ ਕਿਸੇ ਵੀ ਸੈੱਟ ਹੋ ਸਕਦੇ ਸੀ, ਇੰਗਲੈਂਡ ਸੈੱਟ ਹੋ ਸਕਦੇ ਸੀਗੇ, ਹੋਰ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪੂਰੀ ਵਧੀਆ ਤਰੀਕੇ ਨਾਲ ਕਰ ਸਕਦੇ ਸੀ। ਕਿਵੇਂ ਤੁਹਾਡੇ ਮਾਈਂਡ 'ਚ ਆਇਆ ਕਿ ਮੈਂ ਆਪਣੇ ਇਲਾਕੇ 'ਚ ਆਵਾਂ ਅਤੇ ਸੇਵਾ ਕਰਾਂ? ਦੇਖੋ ਜੀ, ਜਦ ਮੈਂ ਇੰਗਲੈਂਡ ਗਿਆ ਸੀਗਾ, ਜਦ ਮੈਨੂੰ ਅੱਜ ਵੀ ਯਾਦ ਹੈ, ਅੱਜ ਤੋਂ 4 ਸਾਲ ਪਹਿਲਾਂ ਜਦ ਮੇਰੀ ਇੰਟਰਵਿਊ ਸੀਗੀ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਤੁਸੀਂ ਤੁਹਾਡਾ ਮੋਟਿਵ ਕੀ ਹੈ ਬਾਹਰ ਜਾਣ ਦਾ, ਅਤੇ ਮੈਂ ਉਹਨਾਂ ਨੂੰ ਵੀ ਇਹੀ ਜਵਾਬ ਦਿੱਤਾ ਸੀਗਾ ਕਿ ਮੈਂ ਬਾਹਰ ਜਾ ਕੇ ਸਾਰੀ ਨਵੀਂ ਟੈਕਨੋਲੋਜੀ ਸਿੱਖਣਾ ਚਾਹੁੰਦਾ ਅਤੇ ਵਾਪਸ ਆ ਕੇ ਆਪਣੇ ਦੇਸ਼ ਦੇ ਲੋਕਾਂ ਨੂੰ ਜਾਂ ਆਪਣੇ ਇਲਾਕੇ ਦੇ ਲੋਕਾਂ ਨੂੰ ਸਰਵ ਕਰਨਾ ਚਾਹੁੰਦਾ। ਐਂਡ ਬੜਾ ਕਲੀਅਰ ਸੀਗਾ ਮੇਰੇ ਲਈ, ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਬਾਹਰ ਸੈਟਲ ਹੋਣਾ ਐਂਡ ਫੈਮਿਲੀ ਇਜ਼ ਅ ਬਿਗ ਫੈਕਟਰ ਐਂਡ ਇਹ ਆਪਣਾ ਇਸ ਸ਼ਹਿਰ ਨਾਲ ਲਗਾਵ ਹੈਗਾ ਜਿਹੜਾ ਪੁਰਾਣਾ ਇੰਨੇ ਸਾਲਾਂ ਦਾ, ਤਾਂ ਇਹ ਕਦੇ ਸੋਚਿਆ ਹੀ ਨਹੀਂ ਸੀ ਬਾਹਰ ਸੈਟਲ ਹੋਣਾ ਅਤੇ ਤਾਂ ਹਮੇਸ਼ਾ ਤੋਂ ਪਲਾਨ ਸੀਗਾ ਵਾਪਸ ਆਉਣਾ ਇੱਥੇ। ਅਤੇ ਡੈਫੀਨੇਟਲੀ ਬਾਹਰ ਲਾਈਫ ਬੈਟਰ ਸੀਗੀ, ਹੈਲਥ ਕੇਅਰ ਫੈਸਿਲਿਟੀਜ਼ ਬਹੁਤ ਅੱਛੀ ਸੀਗੀ ਅਤੇ ਮੇਰੇ ਹਿਸਾਬ ਨਾਲ ਉਹਨਾਂ ਕੋਲ ਪਹਿਲਾਂ ਹੀ ਬਹੁਤ ਡਾਕਟਰਸ ਹੈਗੇ ਆ ਜਿਹੜੇ ਉਹਨਾਂ ਦਾ ਖਿਆਲ ਰੱਖ ਰਹੇ ਨੇ, ਪਰ ਇੱਥੇ ਨਹੀਂ ਸੀਗੇ, ਇਸ ਕਰਕੇ ਆਪਾਂ ਵਾਪਸ ਆ ਗਏ। ਪ੍ਰਭਨੂਰ ਜੀ, ਜਿਸ ਤਰੀਕੇ ਦੇ ਨਾਲ ਇੱਥੇ ਕੰਬੀਨੇਸ਼ਨ ਹੈ ਨया ਪੁਰਾਣਾ, ਕਿਉਂਕਿ ਇਸ ਹਸਪੀਟਲ ਨੂੰ ਚੱਲਦੇ ਨੂੰ ਬਹੁਤ ਦੇਰ ਹੋ ਗਈ ਹੈ ਔਰ ਇੱਥੇ ਜਿਹੜਾ ਹਸਪੀਟਲ ਆ ਉਹ ਇੱਕ ਸਰਕਾਰੀ ਵਾਂਗੂ, ਕਿਉਂਕਿ ਨਰਸਿੰਗ ਕਾਲਜ ਵੀ ਇੱਥੇ ਅਟੈਚ ਹੈਗਾ ਔਰ ਬਜ਼ੁਰਗਾਂ ਨੇ ਸੇਵਾ ਹੀ ਉੱਦਾਂ ਦੀ ਕੀਤੀ ਹੈ ਵੀ ਲੋਕਾਂ ਨੂੰ ਆਪਣੇ ਬਣਾਇਆ ਹੋਇਆ ਔਰ ਉਹੀ ਆਪਣੇਪਨ ਨੂੰ ਤੁਸੀਂ ਅੱਗੇ ਤੋਰ ਰਹੇ ਹੋ ਕਿ ਉੱਦਾਂ ਹੀ ਦੇ ਢੰਗ ਦੇ ਨਾਲ ਹੀ ਜਿਸ ਤਰੀਕੇ ਦੇ ਨਾਲ ਇੱਥੇ ਜਿਹੜੀ ਹੈਗੀ ਮਰੀਜ਼ਾਂ ਦੀ ਸੇਵਾ ਨੂੰ ਤਰਜੀਹ ਦਿੱਤੀ ਜਾਂਦੀ ਸੀ ਪਹਿਲੇ ਦਿਨ ਤੋਂ ਹੀ, ਉਵੇਂ ਤੁਸੀਂ ਆ ਕੇ ਹੁਣ ਜਿਹੜਾ ਨया ਖੂਨ ਆਇਆ, ਇੰਨੇ ਤੁਸੀਂ ਵਧੀਆ ਡਿਗਰੀਆਂ ਲੈ ਕੇ ਇੰਨੇ ਵੱਡੇ ਹਸਪੀਟਲਾਂ 'ਚ ਕੰਮ ਕਰਕੇ ਤੁਸੀਂ ਇੱਥੇ ਸ਼ਾਹਬਾਦ ਆਏ ਹੋ। ਦੇਖੋ ਜੀ, ਇਹ ਹਸਪੀਟਲ 34 ਈਅਰਸ ਪੁਰਾਣਾ ਹੈ। ਇਹ ਮੇਰੇ ਫਾਦਰ ਸਾਹਿਬ ਅਤੇ ਉਹਨਾਂ ਦੇ ਵੱਡੇ ਬ੍ਰਦਰ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਅਤੇ ਮੈਂ ਬੜੇ ਪਾਪਾ ਕਹਿੰਦਾ ਉਹਨਾਂ ਨੂੰ, ਉਹ ਜਨਰਲ ਸਰਜਨ ਹੈਗੇ ਆ। ਮੇਰੇ ਫਾਦਰ ਸਾਹਿਬ ਡਾਕਟਰ ਪਰਮਜੀਤ ਉਹ ਇੱਕ ਪੀਡੀਆਟ੍ਰੀਸ਼ਨ ਹੈਗੇ ਆ। ਮੇਰੀ ਮਦਰ ਅਤੇ ਮੇਰੇ ਬੜੀ ਮੰਮਾ ਮੇਰੇ ਜੋ ਕਿ ਤਾਈ ਜੀ ਉਹ ਗਾਇਨਾਕੋਲੋਜਿਸਟ ਹੈ। ਉਹਨਾਂ ਨੇ ਬਹੁਤ ਮਿਹਨਤ ਕਰਕੇ ਇਸ ਹਸਪੀਟਲ ਨੂੰ ਖੜ੍ਹਾ ਕੀਤਾ ਸੀਗਾ ਅਤੇ ਹਮੇਸ਼ਾ ਤੋਂ ਛੋਟੇ ਹੁੰਦੇ ਤੋਂ ਹੁਣ ਤੱਕ ਆਪਾਂ ਇਹੀ ਦੇਖਦੇ ਆਏ ਹਾਂ ਅਤੇ ਉਹਨਾਂ ਨੇ ਹਮੇਸ਼ਾ ਪੇਸ਼ੈਂਟ ਬਾਰੇ ਸੋਚਿਆ ਅਤੇ ਇਹ ਸੇਵਾ ਕਰਨ ਵਾਸਤੇ ਸੋਚਿਆ ਅਤੇ ਇਹ ਆਪਾਂ ਜਦ ਤੁਸੀਂ ਕਹਿ ਲਓ ਇਹ ਸਾਡੀ ਅਪਬ੍ਰਿੰਗਿੰਗ ਸੀਗੀ, ਉਹੀ ਸੋਚ ਕੇ ਆਪਾਂ ਉਸ ਸੋਚ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਇੱਕ ਆਰਥੋਪੈਡਿਕ ਡਿਪਾਰਟਮੈਂਟ ਸਾਡੇ ਹਸਪੀਟਲ 'ਚ ਨਹੀਂ ਸੀਗਾ ਅਤੇ ਮੇਰਾ ਇੰਟਰਸਟ ਸੀਗਾ ਆਰਥੋਪੈਡਿਕਸ ਦੇ ਵਿੱਚ ਅਤੇ ਮੈਂ ਉਹਦੇ ਵਿੱਚ ਉਹਨੂੰ ਪਰਸਿਊ ਕੀਤਾ ਅਤੇ ਹੁਣ ਉਹਨੂੰ ਆਪਾਂ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਡਾਕਟਰ ਪ੍ਰਭਨੂਰ ਜੀ, ਅਗਰ ਆਪਾਂ ਗੱਲ ਕਰੀਏ ਗੋਡੇ ਦੀ ਚੂਲਿਆਂ ਦੀ, ਤੁਸੀਂ ਇੱਕ ਗੋਡਾ ਬਚਾਉਣ ਵਾਲੇ ਡਾਕਟਰ ਮੰਨੇ ਜਾਂਦੇ ਹੋ। ਕੀ ਗੱਲ ਹੈ ਕਿ ਤੁਸੀਂ ਇੰਨੀ ਜਦੋਂ ਦੇ ਆਏ ਹੋ ਬਹੁਤ ਲੋਕਾਂ ਨੂੰ ਜਿਨ੍ਹਾਂ ਨੂੰ ਮਤਲਬ ਇਹ ਲੱਗਦਾ ਸੀ ਕਿ ਸਾਡੇ ਗੋਡੇ ਬਦਲੇ ਜਾਣਗੇ, ਕਿਵੇਂ ਤੁਸੀਂ ਇੱਕ ਗੋਡਾ ਬਚਾਉਣ ਵਾਲੇ ਡਾਕਟਰ ਕਿਵੇਂ ਸਾਬਤ ਹੋ ਰਹੇ ਹੋ? ਕੀ ਕਾਰਨ ਆ? ਕਿਵੇਂ ਤੁਸੀਂ ਉਹਨਾਂ ਨੂੰ ਕਰਦੇ ਹੋ ਲਾਈਫ ਸਟਾਈਲ ਚੇਂਜ ਕਰਾਉਂਦੇ ਹੋ? ਕੀ ਕਰਦੇ ਹੋ?
ਦੇਖੋ ਜੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਅੱਜ ਕੱਲ ਜੁਆਇੰਟ ਰਿਪਲੇਸਮੈਂਟ ਤੋਂ ਜ਼ਿਆਦਾ ਜੁਆਇੰਟ ਪ੍ਰੈਜ਼ਰਵੇਸ਼ਨ ਦਾ ਟੈਕਨੀਕਸ ਬਹੁਤ ਸਾਡੇ ਕੋਲ ਆ ਗਈਆਂ ਨੇ। ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀ ਸਰਜਰੀਜ਼ ਹੈਗੀਆਂ, ਫਿਜ਼ੀਕਲ ਥੈਰੇਪੀਜ਼ ਹੈਗੀਆਂ, ਕੁਝ ਦਵਾਈਆਂ ਹੈਗੀਆਂ ਜਿਨ੍ਹਾਂ ਨਾਲ ਆਪਾਂ ਦੇਖ ਕੇ ਆਪਾਂ ਜੁਆਇੰਟ ਨੂੰ ਪ੍ਰੀਜ਼ਰਵ ਕਰਦੇ ਹਾਂ। ਤੇ ਸਾਡਾ ਏਮ ਰਹਿੰਦਾ ਹੈ ਕਿ ਆਪਾਂ ਜਿੰਨਾ ਤੋਂ ਜਿੰਨਾ ਡਿਲੇ ਕਰ ਸਕੀਏ ਜੁਆਇੰਟ ਰਿਪਲੇਸਮੈਂਟ ਓਨਾ ਵਧੀਆ ਹੈ, ਕਿਉਂਕਿ ਇੱਕ ਵਾਰੀ ਆਪਾਂ ਜੁਆਇੰਟ ਰਿਪਲੇਸਮੈਂਟ ਕਰਤਾ ਫਿਰ ਉਹ ਤੋਂ ਵਾਪਸ ਮੁੜਨ ਵਾਲਾ ਕੁਝ ਨਹੀਂ ਹੈਗਾ, ਫਿਰ ਤਾਂ ਜੁਆਇੰਟ ਰਿਪਲੇਸਮੈਂਟ ਹੀ ਹੋ ਗਿਆ। ਤੇ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਵੱਖ-ਵੱਖ ਪ੍ਰੋਸੀਜਰਸ ਕਰਕੇ, ਜਿਵੇਂ ਆਰਥਰੋਸਕੋਪੀ, ਹਾਈਟੀਬਲ ਓਸਟੀਓਟਮੀ, ਇਹ ਕਰਕੇ ਆਪਾਂ ਜੁਆਇੰਟ ਨੂੰ ਪ੍ਰੀਜ਼ਰਵ ਕਰੀਏ ਤਾਂ ਕਿ ਜੇ ਕੋਈ ਮਰੀਜ਼ ਨੂੰ ਜੁਆਇੰਟ ਰਿਪਲੇਸਮੈਂਟ ਚਾਹੀਦਾ ਵੀ ਹੈਗਾ ਤੇ ਐਟਲੀਸਟ ਉਹਦੀ ਇੱਕ ਲਾਈਫ ਟਾਈਮ ਦੇ ਵਿੱਚ ਇੱਕ ਵਾਰ ਹੀ ਆਪਰੇਸ਼ਨ ਕਰਿਆ ਜਾਏ, ਬਾਰ-ਬਾਰ ਆਪਾਂ ਰਿਵੀਜ਼ਨ ਸਰਜਰੀ ਬਾਰੇ ਨਾ ਸੋਚੀਏ। ਅੰਡਰ ਸਭ ਕਈ ਵਾਰ ਇਦਾਂ ਹੁੰਦਾ ਕਿ ਇੱਕ ਗੋਡਾ ਜਿਹੜਾ ਹੈਗਾ ਬੰਦੇ ਦਾ ਖਰਾਬ ਹੋ ਜਾਂਦਾ ਔਰ ਬੰਦਾ ਜਿਹੜਾ ਹੈਗਾ ਉਹ ਤਾਂ ਐਗਜ਼ਿਸਟ ਕਰਦਾ ਰਹਿੰਦਾ, ਔਰ ਕਿਉਂਕਿ ਕੋਈ ਨਾ ਕੋਈ ਟੋਟਕੇ ਆਪਣੇ ਲਗਾਉਂਦੇ ਰਹਿੰਦੇ ਆ, ਲੇਕਿਨ ਤੁਰਦੇ ਫਿਰਦੇ ਰਹਿੰਦੇ ਆ ਔਰ ਹੌਲੀ ਹੌਲੀ ਨੌਬਤ ਜਿਹੜੀ ਆ ਜਾਂਦੀ ਦੋਨਾਂ ਗੋਡਿਆਂ ਦੀ ਆ ਜਾਂਦੀ ਹੈ। ਕੀ ਕਹਿਣਾ ਚਾਹੋਗੇ ਜੇ ਆਰਥੋਪੈਡਿਕ ਸਰਜਨ ਕਿ ਅਗਰ ਕੋਈ ਗੋਡਾ ਤੁਹਾਨੂੰ ਲੱਗਦਾ ਕਿ ਮੇਰਾ ਘਸ ਗਿਆ ਜਾਂ ਮੇਰੇ ਗੋਡੇ ਨੂੰ ਪ੍ਰੋਬਲਮ ਹੈਗੀ ਆ, ਕੀ ਕਹਿਣਾ? ਦੇਖੋ ਮੇਰਾ ਇਹ ਕਹਿਣਾ ਹੈ ਕਿ ਜਦ ਕਿਸੇ ਨੂੰ ਕੋਈ ਮੈਂ ਦੇਖਿਆ ਕਿ ਇੰਡੀਆ ਦੇ ਵਿੱਚ ਲੋਕਾਂ ਦੀ ਸਹਿਨਸ਼ੀਲਤਾ ਬਹੁਤ ਜ਼ਿਆਦਾ ਹੈ। ਜਦੋਂ ਉਹਨਾਂ ਨੂੰ ਦਰਦ ਹੁੰਦਾ ਹੈ ਤੇ ਉਹ ਬਹੁਤ ਜ਼ਿਆਦਾ ਐਕਸੈਪਟ ਕਰ ਲੈਂਦੇ ਨੇ ਉਸ ਫੈਕਟ ਨੂੰ ਕਿ ਸਾਨੂੰ ਇਹ ਦਰਦ ਹੋ ਰਿਹਾ ਹੈ। ਸਾਡਾ ਇਹ ਕਹਿਣਾ ਹੈ ਕਿ ਜੇ ਤੁਹਾਨੂੰ ਦਰਦ ਹੁੰਦਾ ਹੈ ਤੁਸੀਂ ਟਾਈਮਲੀ ਇੱਕ ਸਾਡੇ ਕੋਲ ਆਓ, ਆਪਾਂ ਤੁਹਾਡੀ ਫਿਜ਼ੀਕਲ ਥੈਰੇਪੀ ਸ਼ੁਰੂ ਕਰਾਂਗੇ, ਤੁਹਾਡੀ ਐਕਸਰਸਾਈਜ਼ ਸ਼ੁਰੂ ਕਰਾਵਾਂਗੇ। ਐਂਡ ਇਹ ਨਹੀਂ ਹੈਗਾ ਕਿ ਤੁਸੀਂ ਜੁਆਇੰਟ ਰਿਪਲੇਸਮੈਂਟ ਸਰਜਨ ਕੋਲ ਜਾ ਰਹੇ ਹੋ ਕਿ ਤੁਹਾਨੂੰ ਆਪਾਂ ਸਰਜਰੀ ਹੀ ਦੱਸਾਂਗੇ। ਸਾਡੀ ਇਹੀ ਕੋਸ਼ਿਸ਼ ਰਹੂਗੀ ਤੁਹਾਨੂੰ ਸਰਜਰੀ ਦੀ ਲੋੜ ਨਾ ਪਏ। ਜੇ ਤੁਸੀਂ ਸਾਡੇ ਕੋਲ ਜਲਦੀ ਆ ਜਾਓਗੇ ਆਪਾਂ ਤੁਹਾਡਾ ਗੋਡਾ ਬਚਾਉਣ ਦੀ ਕੋਸ਼ਿਸ਼ ਕਰਾਂਗੇ, ਪਰ ਜੇ ਜਿੰਨਾ ਜ਼ਿਆਦਾ ਸੀਵੀਅਰ ਡਿਫਾਰਮਿਟੀ ਹੁੰਦੀ ਰਹਿੰਦੀ ਹੈ ਉਨੀ ਜ਼ਿਆਦਾ ਸਰਜਰੀ ਵੀ ਡਿਫਿਕਲਟ ਹੋ ਜਾਂਦੀ ਹੈ ਤੇ ਉਹ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਦਾ ਜਿਹੜਾ ਰਿਜ਼ਲਟਸ ਹੈ ਉਹ ਬਹੁਤ ਜ਼ਿਆਦਾ ਹੈਂਪਰ ਕਰਦੇ ਨੇ। ਤੇ ਇਸ ਕਰਕੇ ਮੇਰੀ ਇਹ ਸੋਚ ਰਹਿੰਦੀ ਹੈ ਕਿ ਤੁਸੀਂ ਜਲਦੀ ਫੜੋ ਉਸ ਚੀਜ਼ ਨੂੰ, ਜਲਦੀ ਉਹਦਾ ਇਲਾਜ ਸ਼ੁਰੂ ਕਰ ਦਿਓ ਤਾਂ ਕਿ ਆਪਾਂ ਸਰਜਰੀ ਡਿਲੇ ਕਰ ਸਕੀਏ ਜਿੰਨੀ ਕਰ ਸਕਦੇ ਹਾਂ। ਦੱਸ, ਅਗਰ ਆਪਾਂ ਇਸ ਹਸਪੀਟਲ ਦੀ ਗੱਲ ਕਰੀਏ ਜੀ ਤੁਸੀਂ ਪਹਿਲੇ ਦੱਸਿਆ ਕਿ ਲੈਪਰੋਸਕੋਪੀ ਸਰਜਨ, ਪੈਡੀਟ੍ਰੀਸ਼ੀਅਨ, ਗੈਨਕੋਲੋਜਿਸਟ, ਮਤਲਬ ਹਰ ਡਿਪਾਰਟਮੈਂਟ ਤਕਰੀਬਨ ਇੱਥੇ ਹੈਗਾ ਔਰ ਇਹਦੇ 'ਚ ਤੁਸੀਂ ਓਟੀ ਜਿਹੜਾ ਹੈਗਾ ਉਹ ਵੀ ਬੜਾ ਮਾਡਰਨ ਓਟੀ ਬਣਾਉਣ ਦੀ ਆਪਣੀ ਕਵਾਇਦ ਹੈ ਤੁਹਾਡੀ, ਔਰ ਨਈ ਨਈ ਮਸ਼ੀਨਰੀ ਜਿਹੜੀ ਹੈਗੀ ਆ ਤੁਸੀਂ, ਕਿਉਂਕਿ ਬਾਹਰ ਤੁਸੀਂ ਰਹਿ ਕੇ ਆਏ ਹੋ ਔਰ ਹਰ ਚੀਜ਼ ਨੂੰ ਤੁਸੀਂ ਅੱਜ ਹਸਪੀਟਲ ਪੁਰਾਣਾ 34 ਸਾਲ ਨਾਲ ਮਸ਼ੀਨਰੀ ਸਾਰੀ ਨਹੀਂ ਤੁਸੀਂ ਨਾਲ ਜਿਹੜਾ ਹੈਗਾ ਇੱਥੇ ਸੇਵਾ ਕਰ ਰਹੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਹਾਂ ਨਿਊ ਟੈਕਨੋਲੋਜੀ ਸਾਨੂੰ ਐਕਸੈਪਟ ਕਰਨੀ ਪੈਂਦੀਆਂ ਨੇ। ਈਵਨ ਜਦ ਆਪਾਂ ਪੜ੍ਹਦੇ ਹਾਂ ਹਰ ਰੋਜ਼ ਕੋਈ ਨਈ ਟੈਕਨੋਲੋਜੀ ਆਉਂਦੀ ਹੈ, ਕੋਈ ਨਈ ਪ੍ਰੋਸੀਜਰ ਆਉਂਦਾ ਹੈ ਤੇ ਜਦ ਆਪਾਂ ਉਹ ਆਪਣੇ ਪੜ੍ਹਾਈ ਦੇ ਵਿੱਚ ਆਪਾਂ ਡਿਵੈਲਪਮੈਂਟ ਕਰਦੇ ਹਾਂ ਤੇ ਸਾਨੂੰ ਇਨਫਰਾਸਟਰਕਚਰ 'ਚ ਵੀ ਉਹ ਸਭ ਕੁਝ ਕਰਨਾ ਪੈਂਦਾ ਹੈ। ਐਂਡ ਇਟ ਇਜ਼ ਵਨ ਆਫ ਦਾ ਰੀਜ਼ਨਸ ਕਿ ਸਾਨੂੰ ਸਾਰੇ ਨਿਊਅਰ ਜੋ ਮਸ਼ੀਨਸ ਅੱਜ ਕੱਲ੍ਹ ਹੈਗੀਆਂ, ਜਿਵੇਂ ਇੱਕ ਸਾਡੇ ਕੋਲ ਲੇਟੈਸਟ ਸਟੇਟ ਆਫ ਦੀ ਆਰਟ ਐਕਸਰੇ ਮਸ਼ੀਨ ਹੈ, ਸਟੇਟ ਆਫ ਦੀ ਆਰਟ ਸੀਆਮ ਮਸ਼ੀਨ ਹੈਗਾ ਸਾਡੇ ਕੋਲ, ਐਂਡ ਵੀ ਹੈਵ ਗੋਟ ਅ ਮੋਡੂਲਰ ਥੀਏਟਰ। ਸੋ ਸਾਡੇ ਕੋਲ ਵੀ ਹੈਵ ਟੂ ਮੂਵ ਔਨ ਐਜ਼ ਦਾ ਟਾਈਮ ਚੇਂਜਸ। ਤੇ ਜੇ ਆਪਾਂ ਇਹ ਚੀਜ਼ ਨਹੀਂ ਕਰਾਂਗੇ ਤਾਂ ਆਪਾਂ ਪਿੱਛੇ ਰਹਿ ਜਾਵਾਂਗੇ। ਤੇ ਆਪਾਂ ਸਾਡਾ ਏਮ ਹੈਗਾ ਕਿ ਜੋ ਅੱਜ ਕੱਲ੍ਹ ਵਰਲਡ ਦੇ ਵਿੱਚ ਲੋਕਾਂ ਨੂੰ ਫੈਸਿਲਿਟੀਜ਼ ਮਿਲ ਰਹੀਆਂ ਉਹ ਸਾਰੇ ਆਪਾਂ ਇਸ ਛੋਟੇ ਸ਼ਹਿਰ ਦੇ ਵਿੱਚ ਵੀ ਪ੍ਰੋਵਾਈਡ ਕਰੀਏ ਤਾਂ ਕਿ ਲੋਕਾਂ ਨੂੰ ਚੰਡੀਗੜ੍ਹ, ਅੰਬਾਲਾ ਜਾਂ ਫਿਰ ਦਿੱਲੀ ਤੱਕ ਜਾਣ ਦੀ ਲੋੜ ਨਾ ਪਏ ਤੇ ਉਹ ਇੱਥੇ ਹੀ ਉਹਨਾਂ ਨੂੰ ਬੈਸਟ ਟ੍ਰੀਟਮੈਂਟ ਮਿਲ ਜਾਏ। ਦੱਸੋ, ਤੁਸੀਂ ਸਪੋਰਟਸ ਇੰਜਰੀ, ਸ਼ੋਲਡਰ ਦੀ ਜਿਹੜੀ ਹੈਗੀ ਆ ਫਰੀਜ਼ਿੰਗ, ਉਹਨਾਂ ਦੇ ਲਈ ਵੀ ਤੁਸੀਂ ਬਹੁਤ ਵਧੀਆ ਡਾਕਟਰ ਮੰਨੇ ਜਾਂਦੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਅੱਜ ਕੱਲ੍ਹ ਪਹਿਲਾਂ ਅੱਜ ਤੋਂ ਲਗਾ ਲਓ 25-30 ਸਾਲ ਪਹਿਲਾਂ ਲੋਕਾਂ ਦੀ ਐਕਸੈਪਟੈਂਸ ਬਹੁਤ ਜ਼ਿਆਦਾ ਸੀਗੀ। ਜਦੋਂ ਉਹਨਾਂ ਨੂੰ ਸ਼ੋਲਡਰ ਪੇਨ ਹੁੰਦਾ ਸੀਗਾ ਉਹ ਜ਼ਿਆਦਾ ਸੋਚਦੇ ਨਹੀਂ ਸੀ ਉਹਦੇ ਬਾਰੇ, ਪਰ ਅੱਜ ਕੱਲ੍ਹ ਕੀ ਹੈ ਕਿ ਜਿਵੇਂ ਜਿਵੇਂ ਲੋਕਾਂ ਦੀ ਐਕਟੀਵਿਟੀਜ਼ ਵੱਧ ਰਹੀਆਂ ਨੇ, ਦੇ ਵਾਂਟ ਕਿ ਉਹਨਾਂ ਦੀ ਬਾਡੀ ਬਿਲਕੁਲ ਨੋਰਮਲ ਹੋਏ। ਤੇ ਜਦ ਕਿਸੇ ਨੂੰ ਸ਼ੋਲਡਰ ਦੇ ਵਿੱਚ ਰੋਟੇਟਰ ਕਫ ਟੀਅਰ ਜਿਵੇਂ ਹੋ ਜਾਂਦਾ ਹੈ ਤੇ ਯੰਗਰ ਪੇਸ਼ੈਂਟਸ ਦੇ ਵਿੱਚ ਕਿਸੇ ਦਾ ਸ਼ੋਲਡਰ ਡਿਸਲੋਕੇਸ਼ਨ ਹੋ ਜਾਂਦਾ ਹੈ, ਸਾਡਾ ਏਮ ਰਹਿੰਦਾ ਕਿ ਆਪਾਂ ਉਹਨੂੰ ਟਾਈਮਲੀ ਸਰਜਰੀ ਕਰਕੇ ਜਾਂ ਥੈਰੇਪੀ ਸ਼ੁਰੂ ਕਰਕੇ ਉਹਦੀ ਫਰਦਰ ਡੀਜਨਰੇਸ਼ਨ ਰੋਕ ਦਈਏ। ਤੇ ਇਸ ਕਰਕੇ ਜੇ ਸਾਡੇ ਕੋਲ ਟਾਈਮਲੀ ਪੇਸ਼ੈਂਟ ਆ ਜਾਂਦਾ ਹੈ ਤੇ ਉਹਨੂੰ ਆਪਾਂ ਜੇ ਟਾਈਮਲੀ ਸਰਜਰੀ ਕਰਦੀ ਹੈ ਤਾਂ ਸਾਨੂੰ ਰੀਸਰਫੇਸਿੰਗ ਤੱਕ ਜਾਣ ਦੀ ਲੋੜ ਹੀ ਨਹੀਂ ਪਏਗੀ। ਰੀਸਰਫੇਸਿੰਗ ਇਜ਼ ਲਾਈਕ ਅ ਜੁਆਇੰਟ ਰਿਪਲੇਸਮੈਂਟ। ਤੇ ਆਪਾਂ ਐਂਡ ਸ਼ੋਲਡਰ ਅਪਰ ਲਿੰਬ ਦੇ ਵਿੱਚ ਮਤਲਬ ਰਿਜ਼ਲਟਸ ਤਾਂ ਬਹੁਤ ਅੱਛੇ ਹੈਗੇ ਆ, ਬਟ ਜੇ ਆਪਾਂ ਰਾਈਟ ਪੇਸ਼ੈਂਟ ਦੇ ਵਿੱਚ ਕਰੀਏ, ਜੇ ਆਪਾਂ ਯੰਗਰ ਪੇਸ਼ੈਂਟਸ ਦੇ ਵਿੱਚ ਰੀਸਰਫੇਸਿੰਗ ਬਾਰੇ ਸੋਚਣ ਲੱਗ ਜਾਈਏ ਤਾਂ ਫਿਰ ਉਹਦੇ ਰਿਜ਼ਲਟਸ ਜ਼ਿਆਦਾ ਠੀਕ ਨਹੀਂ ਰਹਿਣਗੇ ਤੇ ਪੇਸ਼ੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਥੱਲੇ ਹੋ ਜਾਏਗੀ। ਦੱਸੋ, ਸਪਾਈਨ ਸਰਜਰੀ ਜਿਹਦੇ ਲਈ ਵੀ ਤੁਸੀਂ ਆਪਣਾ ਬਹੁਤ ਵਧੀਆ ਟੈਕਨੀਕਸ ਤੁਹਾਡੇ ਕੋਲੇ ਹੈਗੀਆਂ ਔਰ ਨया ਤਾਂ ਪੁਰਾਣਾ ਕੰਬੀਨੇਸ਼ਨ, ਕਿਉਂਕਿ ਫਾਦਰ ਨੇ ਬੜੀ ਜਿਹੜੇ ਤੁਹਾਡੇ ਤਾਏ ਜੀ ਨੇ ਉਹਨਾਂ ਨੇ ਬੜੀ ਦੇਰ ਤੋਂ ਲੈਪਰੋਸਕੋਪਿਕ ਸਰਜਨ ਨੇ ਉਹ, ਔਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਪਾਈਨ ਸਰਜਰੀ ਬਾਰੇ? ਦੇਖੋ ਜੀ, ਸਪਾਈਨ ਸਰਜਰੀ ਲਈ ਆਪਾਂ ਨੂੰ ਬਹੁਤ ਸਪੈਸੀਫਿਕ ਹੋਣਾ ਪੈਂਦਾ ਹੈ ਕਿ ਪੇਸ਼ੈਂਟ ਨੂੰ ਪ੍ਰੋਬਲਮ ਕੀ ਹੈ। ਬਹੁਤ ਲਿਮਿਟਿਡ ਇੰਡੀਕੇਸ਼ਨਸ ਹੁੰਦੀ ਹੈ ਜਦ ਆਪਾਂ ਨੂੰ ਸਰਜਰੀ ਕਰਨੀ ਪੈਂਦੀ ਹੈ ਸਪਾਈਨ ਦੀ। ਤੇ ਜਦ ਮੈਂ ਪਰਸਨਲੀ ਇਹ ਸੋਚਦਾ ਕਿ ਜੇ ਕੋਈ ਪੇਸ਼ੈਂਟ ਸਾਡੇ ਕੋਲ ਬੈਕ ਪੇਨ ਵਾਲਾ ਆਉਂਦਾ ਹੈ ਤੇ ਉਹ ਕੀ ਕਰਦੇ ਨੇ, ਥੋੜ੍ਹੇ ਦਿਨ ਦਵਾਈ ਖਾਂਦੇ ਨੇ, ਠੀਕ ਹੋ ਜਾਂਦੇ ਨੇ ਤੇ ਪਰ ਉਹ ਤੋਂ ਬਾਅਦ ਫਿਜ਼ੀਓਥੈਰੇਪੀ ਕੰਟੀਨਿਊ ਨਹੀਂ ਕਰਦੇ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਤੁਹਾਡੇ ਡਾਕਟਰ ਨੇ ਕਿਹਾ ਹੈ ਕਿ ਤੁਸੀਂ ਐਕਸਰਸਾਈਜ਼ਸ ਕਰੋ ਤਾਂ ਪਲੀਜ਼ ਤੁਸੀਂ ਉਹਨੂੰ ਡਿਲੀਜੈਂਟਲੀ ਫੋਲੋ ਕਰੋ ਤਾਂ ਕਿ ਤੁਹਾਨੂੰ ਪ੍ਰੋਬਲਮਸ ਦੁਬਾਰਾ ਆਣ ਹੀ ਨਾ। ਜੇ ਤੁਸੀਂ ਐਕਸਰਸਾਈਜ਼ ਛੱਡ ਦਿੰਦੇ ਹੋ ਫਿਰ ਤੁਹਾਨੂੰ ਪ੍ਰੋਬਲਮ ਹੋਰ ਵੱਧ ਜਾਂਦੀ ਹੈ। ਐਂਡ ਜਿੱਥੇ ਤੱਕ ਸਪਾਈਨ ਸਰਜਰੀ ਦਾ ਸਵਾਲ ਹੈਗਾ, ਅੱਜ ਕੱਲ੍ਹ ਸਪਾਈਨ ਸਰਜਰੀ ਬਹੁਤ ਐਡਵਾਂਸ ਹੋ ਚੁੱਕੀ ਹੈ। ਲੋਕਾਂ ਨੂੰ ਇੱਕ ਬਹੁਤ ਮਿਥ ਹੈ ਕਿ ਆਪਾਂ ਜੇ ਆਪਣੀ ਸਪਾਈਨ ਦੀ ਸਰਜਰੀ ਕਰਾ ਲਾਂਗੇ ਆਪਾਂ ਬਿਲਕੁਲ ਬੈੱਡ 'ਤੇ ਪੈ ਜਾਵਾਂਗੇ। ਇਹੋ ਜਿਹਾ ਕੁਝ ਨਹੀਂ ਹੈਗਾ। ਤੇ ਜਿਸ ਚੀਜ਼ ਨੂੰ ਲੋੜ ਹੁੰਦੀ ਹੈ, ਜਿਸ ਸਰਜਰੀ ਦੀ ਲੋੜ ਹੈਗੀ ਆ ਉਹਨੂੰ ਕਰਾਉਣਾ ਚਾਹੀਦਾ ਹੈ। ਕਿਸੇ ਇੱਕ ਕੰਪਲਿਕੇਸ਼ਨ ਕਰਕੇ
ਜੇ ਬਾਕੀ 100 ਪੇਸ਼ੈਂਟਸ ਵੀ ਸਰਜਰੀ ਨਾ ਕਰਾਉਣ, ਕਿਉਂਕਿ 1% 2% ਕੰਪਲਿਕੇਸ਼ਨ ਦਾ ਦੇਖੋ ਹਰ ਸਰਜਰੀ ਦੀ ਹੈਗੀ ਹੈ, ਜੇ ਆਪਾਂ ਉਹਨਾਂ ਕੰਪਲਿਕੇਸ਼ਨਸ ਬਾਰੇ ਸੋਚਣ ਲੱਗ ਜੇ ਤੇ ਜਿਹੜੇ ਬਾਕੀ 98 ਪੇਸ਼ੈਂਟਸ ਹੈ ਜਿਹੜੇ ਕਿ ਸਰਜਰੀ ਨਾਲ ਬੈਟਰ ਹੋ ਸਕਦੇ ਨੇ, ਫਿਰ ਤਾਂ ਉਹ ਵੀ ਸਰਜਰੀ ਨਹੀਂ ਕਰਾਉਣਗੇ। ਕਿੰਨੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ, ਉਹਨਾਂ ਨੇ ਸੁਣਿਆ ਹੁੰਦਾ ਕਿ ਠੀਕ ਨਹੀਂ ਹੁੰਦਾ, ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਜਿਹਦੇ ਕੋਲੋਂ ਸੁਣਿਆ ਉਹਨੂੰ ਬੁਲਾਓ। ਜਦੋਂ ਉਹਨਾਂ ਨੂੰ ਪੁੱਛਦੇ ਆ ਤੁਸੀਂ ਕਿਤੋਂ ਸੁਣਿਆ, ਉਹਨਾਂ ਨੇ ਵੀ ਸੁਣਿਆ ਹੀ ਹੁੰਦਾ, ਕਿਸੇ ਨੇ ਦੇਖਿਆ ਤਾਂ ਕੁਝ ਹੈ ਨਹੀਂ। ਤਾਂ ਇੱਕ ਮਿਥ ਬਣਿਆ ਹੋਇਆ ਕਿ ਸਪਾਈਨ ਸਰਜਰੀ ਜੇ ਆਪਾਂ ਕਰਵਾ ਲਾਂਗੇ ਤਾਂ ਸਾਡਾ ਕੰਮ ਬਹੁਤ ਜ਼ਿਆਦਾ ਖਰਾਬ ਹੋ ਜਾਏਗਾ। ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਦਰਸ਼ਕਾਂ ਨੂੰ ਕਿ ਇਹੋ ਜਿਹਾ ਕੁਝ ਨਹੀਂ ਹੈਗਾ। ਤੁਸੀਂ ਆਪਣੇ ਡਾਕਟਰ ਤੇ ਫੇਥ ਰੱਖੋ। ਕੋਈ ਵੀ ਸਰਜਨ ਤੁਹਾਡੀ ਕੋਈ ਸਰਜਰੀ ਤੁਹਾਡੇ ਨੁਕਸਾਨ ਲਈ ਨਹੀਂ ਕਰਦਾ, ਹਰ ਕੋਈ ਤੁਹਾਡੇ ਬੈਨੀਫਿਟ ਲਈ ਸੋਚਦਾ ਹੈ। ਤੇ ਜੇ ਤੁਸੀਂ ਉਹਨਾਂ ਕੋਲ ਪੂਰਾ ਟਰਸਟ ਕਰੋਗੇ, ਇਹ ਤੁਹਾਨੂੰ ਡੈਫੀਨੇਟਲੀ ਬੈਟਰ ਰਿਜ਼ਲਟਸ ਦੇਣਗੇ। ਕੋਈ ਵੀ ਸਰਜਨ ਅਨਵਾਂਟਿਡ ਸਰਜਰੀ ਨਹੀਂ ਕਰਦਾ, ਜੋ ਕਿ ਮੈਨੂੰ ਪਰਸਨਲੀ ਲੱਗਦਾ ਹੈ। ਐਂਡ ਜਿਹਨੂੰ ਲੋੜ ਹੁੰਦੀ ਆਪਾਂ ਉਹਨਾਂ ਦੀ ਹੀ ਸਰਜਰੀ ਕਰਦੇ ਹਾਂ, ਜਿਹਨੂੰ ਨਹੀਂ ਲੋੜ ਹੁੰਦੀ ਉਹਨੂੰ ਆਪਾਂ ਦਵਾਈਆਂ ਨਾਲ ਜਾਂ ਥੈਰੇਪੀ ਨਾਲ ਟ੍ਰੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵੈਸੇ ਹਸਪੀਟਲ ਜਿਹੜਾ ਕਿ ਹਮੇਸ਼ਾ ਜਿਹੜਾ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿੰਦਾ, ਔਰ ਕੈਂਪਸ ਦੀ ਗੱਲ ਕਰ ਲਈਏ ਤਾਂ ਮੰਥਲੀ ਕੋਈ ਨਾ ਕੋਈ ਕੈਂਪ ਜਿਹੜੇ ਹੈਗੇ ਇਸ ਹਸਪੀਟਲ 'ਚ ਆਰਗੇਨਾਈਜ਼ ਹੁੰਦੇ ਰਹਿੰਦੇ ਨੇ, ਜਿਹਦੇ ਨਾਲ ਲੋਕਾਂ ਨੂੰ ਮਤਲਬ ਜਿਹੜਾ ਹੈਗਾ ਉਹਨਾਂ ਦੀ ਚੈੱਕਅਪ ਜਿਹੜੀ ਹੈਗੀ ਆ ਉਹ ਵੀ ਫ੍ਰੀ ਹੋ ਜਾਂਦੀ ਹੈ, ਔਰ ਰੇਟਸ ਜਿਹੜੇ ਹੈਗੇ ਆ ਚੈਕਿੰਗ ਦੇ ਰੇਟਸ ਹੈਗੇ ਆ ਉਹ ਵੀ ਬੜੇ ਘੱਟ ਜਾਂਦੇ ਆ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਆਪਾਂ ਤਾਂ ਇਹ ਕਹਿੰਦੇ ਹਾਂ ਕਿ ਕਿਸੇ ਵੀ ਮਰੀਜ਼ ਨੂੰ ਜੇ ਕੋਈ ਜ਼ਰੂਰਤ ਹੈ, ਕੋਈ ਜ਼ਰੂਰਤਮੰਦ ਪੇਸ਼ੈਂਟ ਹੈਗਾ ਸਾਡੇ ਕੋਲ ਜੇ ਆਉਂਦਾ ਹੈ, ਸਾਡਾ ਇੱਕ ਟੋਟਲੀ ਨਾਨ ਪ੍ਰੋਫਿਟੇਬਲ ਇੰਸਟੀਟਿਊਸ਼ਨ ਹੈਗਾ ਤੇ ਆਪਾਂ ਨੂੰ ਇਹੀ ਸੋਚਦੇ ਹਾਂ ਕਿ ਪੇਸ਼ੈਂਟ ਦਾ ਕੋਈ ਨੁਕਸਾਨ ਨਾ ਹੋਏ। ਜੇ ਕੋਈ ਪੇਸ਼ੈਂਟ ਬਿਲਕੁਲ ਅਫੋਰਡ ਨਹੀਂ ਕਰ ਸਕਦਾ, ਆਪਾਂ ਉਹਨੂੰ ਗਾਈਡ ਕਰ ਦਈਦਾ, ਆਪਾਂ ਉਹਨਾਂ ਨੂੰ ਕਹਿ ਦਿੰਦੇ ਕਿ ਤੁਸੀਂ ਇਸ ਬੈਟਰ ਗਵਰਨਮੈਂਟ ਹਸਪੀਟਲ ਜਾ ਕੇ ਆਪਣੀ ਟ੍ਰੀਟਮੈਂਟ ਕਰਾ ਲਓ। ਐਂਡ ਜੇ ਕੋਈ ਪੇਸ਼ੈਂਟ ਜਿਹਦੇ ਕੋਲ ਨਹੀਂ ਹੈਗੇ ਪੈਸੇ, ਆਪਣੇ ਵੱਲੋਂ ਆਪਾਂ ਜਿੰਨੀ ਕੋਸ਼ਿਸ਼ ਕਰ ਸਕਦੇ ਹਾਂ ਉਨੀ ਚੈਰਿਟੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਐਂਡ ਇਹ ਤੁਸੀਂ ਮੇਰੇ ਵੱਲੋਂ ਤਾਂ ਨਾ ਕਹਿਣ ਦੀ ਜਗ੍ਹਾ ਤੁਸੀਂ ਸ਼ਹਿਰ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛ ਸਕਦੇ ਹੋ। ਮੈਂ ਇਹ ਪੱਕਾ ਕਹਿੰਦਾ ਤੁਹਾਨੂੰ ਲੋਕੀ ਆਪਣੇ ਆਪ ਰਿਵਿਊਜ਼ ਦੇਣਗੇ ਕਿ ਇਹ ਸਾਡੇ ਹਸਪੀਟਲ ਦੇ ਵਿੱਚ ਕਦੇ ਇਹ ਨਹੀਂ ਹੁੰਦਾ ਕਿ ਕਿਸੇ ਕੋਲ ਕਿ ਆਪਾਂ ਪੈਸੇ ਬਾਰੇ ਸੋਚੀਏ, ਤੇ ਆਪਾਂ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਐਟ ਅਫੋਰਡੇਬਲ ਪ੍ਰਾਈਸਿਸ। ਐਂਡ ਜੇ ਸਾਨੂੰ ਕਿਤੇ ਵੀ ਲੱਗਦਾ ਹੈ ਕਿ ਆਪਾਂ ਕੰਪਰੋਮਾਈਜ਼ ਨਹੀਂ ਕਰਦੇ, ਬਟ ਜੇ ਸਾਨੂੰ ਜੇ ਟ੍ਰੀਟਮੈਂਟ ਆਪਾਂ ਕਰਨੀ ਹੈ, ਕੋਈ ਸਰਜਰੀ ਕਰਨੀ ਹੈ, ਆਪਾਂ ਜੇ ਕਿਸੇ ਕੋਲ ਪੈਸੇ ਨਹੀਂ ਹੈ ਉਹਦੇ ਨਾਲ ਕੰਪਰੋਮਾਈਜ਼ ਨਹੀਂ ਕਰਦੇ। ਸਾਡੇ ਜਿਹੜੀ ਟ੍ਰੀਟਮੈਂਟ ਹੈ ਉਹ ਹਮੇਸ਼ਾ ਅਪ ਟੂ ਦ ਮਾਰਕ ਐਂਡ ਬੈਸਟ ਟ੍ਰੀਟਮੈਂਟ ਜਿਹੜੀ ਪੋਸੀਬਲ ਹੈ ਉਹ ਆਪਾਂ ਦੇਈਦੀ ਹੈ। ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨਾਲ ਤੁਸੀਂ ਗੱਲ ਸ਼ੇਅਰ ਕਰੋ ਕਿ ਉਹਨਾਂ ਨੂੰ ਲੱਗਦਾ ਕਿ ਗੋਡੇ ਵੀ ਜਿਹੜੇ ਬਦਲਨੇ ਹੈਗੇ, ਪਤਾ ਨਹੀਂ ਕਿੱਡੇ ਸਾਡੇ ਗੋਡਿਆਂ ਨੂੰ ਵੱਢਿਆ ਜਾਊਗਾ, ਟੁੱਕਿਆ ਜਾਊਗਾ। ਕੀ ਕਹਿਣਾ ਚਾਹੋਗੇ ਕਿ ਅੱਜ ਕੱਲ੍ਹ ਇਹ ਸਰਜਰੀਆਂ ਜਿਹੜੀਆਂ ਹੈਗੀਆਂ ਬਿਲਕੁਲ ਛੋਟੇ ਤੋਂ ਛੋਟਾ ਚੀਰਾ, ਕੋਈ ਜ਼ਿਆਦਾ ਬਲੱਡ ਲਾਸ ਨਹੀਂ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ ਜੀ, ਨੀ ਰਿਪਲੇਸਮੈਂਟ ਸਰਜਰੀ ਜਿਹੜੀ ਹੈਗੀ ਹੈ ਇਟਸ ਲਾਈਕ ਅ ਰੀਸਰਫੇਸਿੰਗ ਆਪਰੇਸ਼ਨ। ਇਹਦੇ ਵਿੱਚ ਆਪਾਂ ਤੁਹਾਡਾ ਗੋਡਾ ਨਹੀਂ ਬਦਲਦੇ, ਆਪਾਂ ਬੇਸਿਕਲੀ ਜਿਹੜੀ ਛੋਟੀ ਡੈਮੇਜਡ ਕਾਰਟਿਲੇਜ ਹੈ ਉਹਨੂੰ ਕੱਟ ਕੇ ਉਹਦੇ ਉੱਤੇ ਇੱਕ ਨੀ ਕੈਪ ਚੜਾ ਦਿੰਦੇ ਆ। ਜਿਵੇਂ ਫੀਮਰ ਵਾਲੀ ਬੋਨ ਹੁੰਦੀ ਹੈ, ਉੱਪਰ ਵਾਲੀ ਹੱਡੀ ਹੁੰਦੀ ਹੈ, ਉਹਦੇ ਤੇ ਇੱਕ ਲੋਹੇ ਦੀ ਕੈਪ ਚੜਾ ਦਿੰਦੇ ਆ, ਕੋਬਾਲਟ ਕ੍ਰੋਮੀਅਮ ਹੁੰਦੀ ਹੈ, ਵਿੱਚ ਇੱਕ ਪਲਾਸਟਿਕ ਦਾ ਇਨਸਰਟ ਆਉਂਦਾ ਹੈ। ਤੇ ਜੇ ਥੱਲੇ ਵਾਲੀ ਬੋਨ ਹੈਗੀ ਟਿਬੀਆ, ਉਹਦਾ ਸਿਰਫ ਜਿਹੜਾ ਡੈਮੇਜਡ ਕਾਰਟਿਲੇਜ ਹੈ ਉਹਨੂੰ ਕੱਟੀਦਾ ਹੈ। ਆਪਾਂ ਵੀ ਹੈਵ ਟੂ ਪ੍ਰੀਜ਼ਰਵ ਐਜ਼ ਮਚ ਬੋਨ ਐਜ਼ ਪੋਸੀਬਲ, ਤੇ ਆਪਾਂ ਬੋਨ ਪੂਰੀ ਨਹੀਂ ਕੱਟਦੇ, ਜਿੰਨੀ ਘੱਟ ਤੋਂ ਘੱਟ ਪੋਸੀਬਲ ਹੁੰਦੀ ਹੈ, ਜਿੰਨੀ ਡੈਮੇਜਡ ਹੁੰਦੀ ਹੈ ਸਿਰਫ ਉਹ ਕੱਟਦੇ ਹਾਂ। ਸਾਡਾ ਏਮ ਰਹਿੰਦਾ ਮਿਨੀਮਮ ਬਲੱਡ ਲਾਸ, ਛੋਟੇ ਤੋਂ ਛੋਟਾ ਚੀਰਾ। ਐਂਡ ਪੇਸ਼ੈਂਟ ਨੂੰ ਆਪਾਂ ਸੇਮ ਡੇ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਰਜਰੀ ਤੋਂ ਬਾਅਦ ਸ਼ਾਮ ਨੂੰ ਹੀ ਆਪਾਂ ਪੇਸ਼ੈਂਟ ਨੂੰ ਖੜਾ ਕਰ ਦਿੰਦੇ ਹਾਂ ਕਿ ਤੁਸੀਂ ਤੁਰਨਾ ਫਿਰਨਾ ਸ਼ੁਰੂ ਕਰੋ। ਐਂਡ ਸਾਡਾ ਏਮ ਰਹਿੰਦਾ ਪੇਸ਼ੈਂਟ ਜਲਦੀ ਤੋਂ ਜਲਦੀ ਘਰ ਪਹੁੰਚੇ, ਆਪਣੀ ਫੈਮਿਲੀ ਮੈਂਬਰਸ ਕੋਲ ਜਾਏ ਤੇ ਬੈਟਰ ਫੀਲ ਕਰੇ। ਡਾਕਟਰ ਸਾਹਿਬ, ਯੂ ਆਰ ਐਨ ਇੰਸਟੀਟਿਊਸ਼ਨ, ਤੁਹਾਡੇ ਕੋਲ ਬੜਾ ਲੰਬਾ ਡਾਟਾ, ਔਰ ਅਸੀਂ ਚਾਹਾਂਗੇ ਸਾਡੇ ਚੈਨਲ ਦੇ ਮਾਧਿਅਮ ਤੇ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਮੌਕਾ ਦਿੱਤਾ, ਅਸੀਂ ਤੁਹਾਡੀਆਂ ਜਿਹੜੀਆਂ ਸੇਵਾਵਾਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ।